हेलो स्टूडेंट्स, अपना मैग्नेटिक फील्ड्स इन मैटर चल रहा है चैप्टर। और इस चैप्टर का बेटा ਇਹ लास्ट ਲੈਕਚਰ है। इस ਲੈਕਚਰ ਦੇ ਵਿੱਚ ਆਪਣੀ ਅੱਜ ਦੀ ਜਿਹੜਾ ਟੌਪਿਕ ਹੈ ਦੈਟ ਇਜ਼ ਹਿਸਟੈਰਿਸਿਸ। ਹਿਸਟੈਰਿਸਿਸ ਦਾ ਮੀਨਿੰਗ ਕੀ ਹੁੰਦਾ ਹੈ? ਹਿਸਟੈਰਿਸਿਸ ਦਾ ਮੀਨਿੰਗ ਹੁੰਦਾ ਲੈਗ ਬਿਹਾਈਂਡ ਸਮਥਿੰਗ। ਇਹਦਾ ਡਿਕਸ਼ਨਰੀ ਮੀਨਿੰਗ ਹੈ ਲੈਗ ਬਿਹਾਈਂਡ ਸਮਥਿੰਗ। ਹੁਣ ਇਹਦੇ ਵਿੱਚ ਆਪਾਂ ਕੀ ਇਸ ਤਰ੍ਹਾਂ ਦਾ ਲੈਗ ਹੋ ਰਿਹਾ ਹੈ ਉਹ ਸਾਰਾ ਕੁਝ ਆਪਾਂ ਇਹਦੇ ਵਿੱਚ ਪੜਾਂਗੇ। ਐਕਚੁਅਲੀ ਕੀ ਹੈ ਕਿ ਕਿਸੇ ਵੀ ਸਬਸਟਾਂਸ ਨੂੰ ਜਦੋਂ ਅਸੀਂ ਮੈਗਨੇਟਾਈਜ਼ ਕਰਦੇ ਹਾਂ ਜਾਂ ਬਾਰ-ਬਾਰ ਡੀਮੈਗਨੇਟਾਈਜ਼ ਕਰਦੇ ਹਾਂ, ਦੇਖੋ ਬਹੁਤ ਸਾਰੇ ਜਿਹੜੇ ਇਲੈਕਟ੍ਰੀਕਲ ਇਕਵਿਪਮੈਂਟਸ ਨੇ ਜਿਨ੍ਹਾਂ 'ਚ ਮੈਗਨੇਟਸ ਲੱਗੇ ਹੋਏ ਹੁੰਦੇ ਨੇ, ਅਸੀਂ ਸਵਿਚ ਔਨ ਕਰਦੇ ਹਾਂ ਉਹ ਚੱਲਦੇ ਨੇ, ਮਤਲਬ ਉਹ ਮੈਗਨੇਟਾਈਜ਼ ਹੋ ਜਾਂਦੇ ਨੇ। ਅਸੀਂ ਸਵਿਚ ਆਫ ਕਰਦੇ ਹਾਂ ਉਹ ਡੀਮੈਗਨੇਟਾਈਜ਼ ਹੁੰਦੇ ਆ। ਮਤਲਬ ਉਹਨਾਂ ਚੀਜ਼ਾਂ ਦਾ ਇੱਕ ਸਾਈਕਲ ਚੱਲਦਾ ਬਾਰ-ਬਾਰ, ਮੈਗਨੇਟਾਈਜੇਸ਼ਨ ਡੀਮੈਗਨੇਟਾਈਜੇਸ਼ਨ ਦਾ। ਤਾਂ ਜਦੋਂ ਮੈਗਨੇਟਾਈਜੇਸ਼ਨ ਡੀਮੈਗਨੇਟਾਈਜੇਸ਼ਨ ਕਰਦੇ ਹਾਂ ਅਸੀਂ ਬਾਰ-ਬਾਰ ਕਿਸੇ ਚੀਜ਼ ਦੀ, ਤਾਂ ਉੱਥੇ એનર્ਜੀ ਦਾ ਲਾਸ ਹੁੰਦਾ। ਉਹ એનર્ਜੀ ਦੇ ਲਾਸ ਨੂੰ ਅਸੀਂ ਕੈਲਕੂਲੇਟ ਕਰਦੇ ਹਾਂ ਹਿਸਟੈਰਿਸਿਸ ਕਰਵ ਦੇ ਥਰੂ। ਉਸ ਤੋਂ ਇਲਾਵਾ ਹਿਸਟੈਰਿਸਿਸ ਦਾ ਜਿਹੜਾ ਯੂਜ਼ ਹੈ, ਇਸ ਕਰਵ ਦਾ ਯੂਜ਼ ਹੈ ਕਿ ਇਹਦੇ ਤੋਂ ਅਸੀਂ ਮਟੀਰੀਅਲ ਦੀ ਚੋਇਸ ਕਰ ਸਕਦੇ ਹਾਂ ਕਿ ਕਿਸ ਤਰ੍ਹਾਂ ਦਾ ਮੈਗਨੈਟਿਕ ਮਟੀਰੀਅਲ ਹੈ ਜਿਹੜਾ ਉਹ ਕਿਸ ਟਾਈਪ ਦੇ ਲਈ ਅਸੀਂ ਯੂਜ਼ ਕਰ ਸਕਦੇ ਹਾਂ। ਠੀਕ ਹੈ, ਤਾਂ ਉਹ ਸਾਰਾ ਕੁਝ ਸਮਝਣ ਦੇ ਲਈ ਪਹਿਲਾਂ ਸਾਨੂੰ ਇਹਦੀ ਆਪਣਾ ਪ੍ਰੋਸੈਸ ਦੇਖਣਾ ਪਏਗਾ ਕਿ ਪ੍ਰੋਸੈਸ ਕੀ ਹੈ। ਦੇਖੋ ਤੁਹਾਡੇ 'ਚ ਹਿਸਟੈਰਿਸਿਸ ਕਰਵ ਬਣੀ ਹੋਈ ਹੈ ਇੱਕ ਬੁੱਕ ਦੇ ਵਿੱਚ। ਐਕਸ ਐਕਸਿਸ 'ਤੇ ਐਚ ਹੈ, ਵਾਈ ਐਕਸਿਸ 'ਤੇ ਬੀ। ਐਚ ਕੀ ਹੈ? ਜੋ ਮੈਗਨੈਟਿਕ ਫੀਲਡ ਅਸੀਂ ਅਪਲਾਈ ਕਰ ਰਹੇ ਹਾਂ। ਔਰ ਬੀ ਕੀ ਹੈ? ਮੈਗਨੈਟਿਕ ਇੰਡਕਸ਼ਨ ਜਿਹੜੀ ਸੈਂਪਲ ਦੇ ਵਿੱਚ ਪ੍ਰੋਡਿਊਸ ਹੁੰਦੀ ਹੈ। ਮੀਨਸ ਤੁਹਾਡੇ ਕੋਲ ਕੋਈ ਇੱਕ ਮਟੀਰੀਅਲ ਹੈ ਜਿਹਨੂੰ ਤੁਸੀਂ ਇੱਕ ਪਰਟੀਕੂਲਰ ਡਾਇਰੈਕਸ਼ਨ ਦੇ ਵਿੱਚ ਮੈਗਨੈਟਿਕ ਫੀਲਡ ਅਪਲਾਈ ਕੀਤਾ। ਤਾਂ ਜਦੋਂ ਅਸੀਂ ਮੈਗਨੈਟਿਕ ਫੀਲਡ ਨਹੀਂ ਅਪਲਾਈ ਕੀਤਾ ਹੁੰਦਾ ਤਾਂ ਉਹਦੇ ਜਿਹੜੇ ਸਾਰੇ ਡਾਈਪੋਲਸ ਨੇ ਉਹ ਰੈਂਡਮਲੀ ਓਰੀਐਂਟਿਡ ਹੁੰਦੇ ਨੇ। ਪਰ ਜਦੋਂ ਅਸੀਂ ਫੀਲਡ ਅਪਲਾਈ ਕਰਨਾ ਸ਼ੁਰੂ ਕਰ ਦਿੰਦੇ ਹਾਂ ਤਾਂ ਹੌਲੀ ਹੌਲੀ ਕੀ ਹੁੰਦਾ ਕਿ ਕੁਝ ਟਾਈਮ ਦੇ ਵਿੱਚ ਉਹ ਸਾਰੇ ਜਿਹੜੇ ਡਾਈਪੋਲਸ ਨੇ, ਪਾਰਟੀਕਲਸ ਨੇ, ਉਹ ਆਪਣੇ ਆਪ ਨੂੰ ਮੈਗਨੈਟਿਕ ਫੀਲਡ ਦੀ ਡਾਇਰੈਕਸ਼ਨ ਦੇ ਵਿੱਚ ਸੈੱਟ ਕਰ ਲੈਂਦੇ ਨੇ। ਠੀਕ ਹੈ, ਇਹਦਾ ਮਤਲਬ ਸਬਸਟਾਂਸ ਮੈਗਨੇਟਾਈਜ਼ ਹੋ ਗਿਆ ਕੰਪਲੀਟਲੀ। ਹੁਣ ਇਹਦੀ ਇੱਕ ਸਟੇਜ ਹੈ, ਦੇਖੋ ਜਦੋਂ ਇਹਦੇ ਸਾਰੇ ਡਾਈਪੋਲਸ ਆਪਣੇ ਆਪ ਨੂੰ ਫੀਲਡ ਦੀ ਡਾਇਰੈਕਸ਼ਨ 'ਚ ਸੈੱਟ ਕਰ ਚੁੱਕੇ ਨੇ ਅਤੇ ਮੈਗਨੈਟਿਕ ਫੀਲਡ ਹੈ ਜਿਹੜਾ ਤੁਸੀਂ ਉਹਨੂੰ ਇਨਕਰੀਜ਼ ਕਰੀ ਜਾ ਰਹੇ ਹੋ, ਸਟੈਪ ਬਾਏ ਸਟੈਪ ਤੁਸੀਂ ਉਹਨੂੰ ਇਨਕਰੀਜ਼ ਕਰੀ ਜਾ ਰਹੇ ਹੋ। ਪਰ ਇੱਕ ਸਟੇਜ ਐਸੀ ਆਊਗੀ ਕਿ ਜਿੱਥੇ ਇਹ ਕੰਪਲੀਟਲੀ ਜਦੋਂ ਓਰੀਐਂਟ ਹੋ ਗਏ ਫੀਲਡ ਦੀ ਡਾਇਰੈਕਸ਼ਨ 'ਚ ਤਾਂ ਇਹਨਾਂ 'ਤੇ ਕੋਈ ਇਫੈਕਟ ਨਹੀਂ ਪੈਣਾ। ਦੇਅਰ ਇਜ਼ ਨੋ ਇਫੈਕਟ। ਦੈਟ ਮੀਨਸ ਕਿ ਇਹਦੀ ਸੈਚੂਰੇਸ਼ਨ ਸਟੇਜ ਆ ਗਈ। ਕਿਹੜੀ ਸਟੇਜ ਆ ਗਈ? ਸੈਚੂਰੇਸ਼ਨ ਸਟੇਜ ਆ ਗਈ ਕਿ ਤੁਸੀਂ ਹੁਣ ਉਹਦੇ ਫੀਲਡ ਨੂੰ ਜਿੰਨਾ ਮਰਜ਼ੀ ਇਨਕਰੀਜ਼ ਕਰੀ ਜਾਓ ਪਰ ਉਹਦੇ ਵਿੱਚ ਕੋਈ ਇਫੈਕਟ ਨਹੀਂ ਪੈਣਾ। ਠੀਕ ਹੈ, ਉਹਦੀ ਮੈਗਨੇਟਾਈਜੇਸ਼ਨ 'ਚ ਕੋਈ ਇਫੈਕਟ ਨਹੀਂ ਪੈਣਾ ਹੈਗਾ ਕਿਉਂਕਿ ਉਹਦੇ ਸਾਰੇ ਡਾਈਪੋਲਸ ਇੱਕ ਪਰਟੀਕੂਲਰ ਵੈਲਿਊ 'ਤੇ ਜਾ ਕੇ ਆਪਣੇ ਆਪ ਨੂੰ ਫੀਲਡ ਦੀ ਡਾਇਰੈਕਸ਼ਨ 'ਚ ਸੈੱਟ ਕਰ ਚੁੱਕੇ ਨੇ। ਹੁਣ ਸਪੋਜ਼ ਕਰੋ ਕਿ ਇਹੀ ਜਿਹੜਾ ਮੈਗਨੈਟਿਕ ਫੀਲਡ ਅਸੀਂ ਇਨਕਰੀਜ਼ ਕਰ ਰਹੇ ਸੀ, ਇਹ ਮੈਗਨੈਟਿਕ ਫੀਲਡ ਨੂੰ ਅਸੀਂ ਜ਼ੀਰੋ ਕਰਤਾ। ਮੈਗਨੈਟਿਕ ਫੀਲਡ ਨੂੰ ਕੀ ਕਰਤਾ? ਜ਼ੀਰੋ ਕਰਤਾ। ਦੈਟ ਮੀਨਸ ਕੀ ਹੋਊਗਾ ਕਿ ਇਹ ਸੈਂਪਲ ਦੇ ਜਿਹੜੇ ਡਾਈਪੋਲਸ ਨੇ ਆਪਣੇ ਆਪ ਨੂੰ ਫੀਲਡ ਦੀ ਡਾਇਰੈਕਸ਼ਨ 'ਚ ਸੈੱਟ ਕੀਤਾ, ਉਹ ਦੁਬਾਰਾ ਕੀ ਹੋ ਜਾਣਗੇ? ਰੈਂਡਮਲੀ ਓਰੀਐਂਟਿਡ ਹੋ ਜਾਣਗੇ। ਪਰ ਉਹਦੇ 'ਚ ਕੀ ਹੁੰਦਾ ਹੈ ਕਿ ਜਦੋਂ ਅਸੀਂ ਫੀਲਡ ਨੂੰ ਜ਼ੀਰੋ ਕਰਦੇ ਹਾਂ ਤਾਂ ਸਾਰੇ ਦੇ ਸਾਰੇ ਡਾਈਪੋਲਸ ਨੇ ਜਿਹੜੇ ਉਹ ਮਤਲਬ ਪ੍ਰੋਪਰਲੀ ਡਿਸਟਰਬ ਨਹੀਂ ਹੁੰਦੇ। ਉਹਨਾਂ 'ਚੋਂ ਕੁਛ ਨਾ ਕੁਛ ਫੀਲਡ ਦੀ ਡਾਇਰੈਕਸ਼ਨ 'ਚ ਫਿਰ ਵੀ ਰਹਿ ਜਾਂਦੇ ਨੇ। ਦੇਖੋ ਜਿਸ ਤਰ੍ਹਾਂ ਮੈंने ਡਾਇਗਰਾਮ 'ਚ ਸ਼ੋ ਕੀਤਾ ਕਿ ਤਿੰਨ ਜਿਹੜੇ ਪਾਰਟੀਕਲਸ ਨੇ ਉਹ ਫੀਲਡ ਦੀ ਡਾਇਰੈਕਸ਼ਨ ਦੇ ਵਿੱਚ ਹੀ ਸੈੱਟ ਨੇ। ਦੈਟ ਮੀਨਸ ਕਿ ਇਹਦੇ 'ਚ ਕੁਛ ਨਾ ਕੁਛ ਮੈਗਨੇਟਾਈਜੇਸ਼ਨ ਦੀ ਜਿਹੜੀ ਪ੍ਰੋਪਰਟੀ ਹੈ ਉਹ ਰਹਿ ਗਈ। ਕੁਛ ਨਾ ਕੁਛ ਮੈਗਨੇਟਾਈਜੇਸ਼ਨ ਦੀ ਪ੍ਰੋਪਰਟੀ ਰਹਿ ਗਈ ਫੀਲਡ ਜ਼ੀਰੋ ਕਰਨ 'ਤੇ ਵੀ। ਹੁਣ ਉਹ ਡਿਪੈਂਡ ਕਰਦਾ ਕਿ ਜਿਹੜਾ ਤੁਸੀਂ ਸੈਂਪਲ ਲਿੱਤਾ ਇਹ ਸੈਂਪਲ ਕਿਸ ਤਰ੍ਹਾਂ ਦਾ ਹੈ। ਠੀਕ ਹੈ, ਇਹ ਆਇਰਨ ਦਾ ਸੈਂਪਲ ਹੈ, ਕੋਬਾਲਟ ਹੈ, ਨਿਕਲ ਹੈ, ਕਿ ਕਿਹੜਾ ਮਟੀਰੀਅਲ ਹੈ ਇਹ, ਉਹਦੇ ਹਿਸਾਬ ਦੇ ਨਾਲ ਹੀ ਇਹਦੇ ਵਿੱਚ ਜਿਹੜੀ ਮੈਗਨੇਟਾਈਜੇਸ਼ਨ ਦੀ ਪ੍ਰੋਪਰਟੀ ਹੈ ਉਹ ਰਿਟੇਨ ਕਰੂਗੀ ਮੈਗਨੈਟਿਕ ਫੀਲਡ ਜ਼ੀਰੋ ਕਰਨ 'ਤੇ। ਕਲੀਅਰ ਹੈ? ਤਾਂ ਇਹ ਜਿਹੜਾ ਇਹਦੇ 'ਚ ਰੈਜ਼ੀਡਿਊਲ ਮੈਗਨੇਟਾਈਜੇਸ਼ਨ ਰਹਿ ਜਾਂਦੀ ਹੈ ਇਹਨੂੰ ਅਸੀਂ ਬੋਲਦੇ ਹਾਂ ਰਿਟੈਂਟਿਵਿਟੀ। ਇਹਨੂੰ ਕੀ ਬੋਲਦੇ ਆ? ਰਿਟੈਂਟਿਵਿਟੀ। ਕਿ ਸਬਸਟਾਂਸ ਦੇ ਵਿੱਚ ਮੈਗਨੈਟਿਕ ਫੀਲਡ ਜ਼ੀਰੋ ਕਰਨ 'ਤੇ ਵੀ ਉਹਦੇ 'ਚ ਕੁਛ ਨਾ ਕੁਛ ਮੈਗਨੈਟਿਜ਼ਮ ਦੀਆਂ ਪ੍ਰੋਪਰਟੀਜ਼ ਸਟਿਲ ਰਹਿ ਗਈਆਂ ਤਾਂ ਉਹਨੂੰ ਕੀ ਬੋਲਦੇ ਆ? ਰਿਟੈਂਟਿਵਿਟੀ। ਹੁਣ ਸਪੋਜ਼ ਕਰੋ ਕਿ ਇਸੇ ਫੀਲਡ 'ਤੇ ਅਸੀਂ ਰਿਵਰਸ ਡਾਇਰੈਕਸ਼ਨ 'ਚ ਮੈਗਨੈਟਿਕ ਫੀਲਡ ਹੈ ਜਿਹੜਾ ਉਹਨੂੰ ਇਨਕਰੀਜ਼ ਕਰਨਾ ਸ਼ੁਰੂ ਕਰਤਾ। ਰਿਵਰਸ ਡਾਇਰੈਕਸ਼ਨ 'ਚ ਅਸੀਂ ਮੈਗਨੈਟਿਕ ਫੀਲਡ ਨੂੰ ਇਨਕਰੀਜ਼ ਕਰਨਾ ਸ਼ੁਰੂ ਕਰਤਾ। ਤਾਂ ਜਦੋਂ ਅਸੀਂ ਇਨਕਰੀਜ਼ ਕਰਨਾ ਸ਼ੁਰੂ ਕਰਾਂਗੇ ਤਾਂ ਇਹ ਜਿਹੜੇ ਸਾਰੇ ਡਾਈਪੋਲਸ ਨੇ ਇਹ ਸਾਰੇ ਆਪਣੇ ਆਪ ਨੂੰ ਫਿਰ ਹੌਲੀ ਹੌਲੀ ਕੀ ਕਰਨਗੇ?
ਓਪੋਜ਼ਿਟ ਡਾਇਰੈਕਸ਼ਨ ਦੇ ਵਿੱਚ ਸੈੱਟ ਕਰ ਲੈਣਗੇ। ਪਰ ਇਹਨਾਂ ਦੀ ਇਨ ਬਿਟਵੀਨ ਇੱਕ ਸਟੇਜ ਐਸੀ ਆਊਗੀ ਕਿ ਜਿੱਥੇ ਇਹ ਵਾਲੇ ਜਿਹੜੇ ਡਾਈਪੋਲ ਸੀ ਜਿਨ੍ਹਾਂ ਨੇ ਆਪਣੇ ਆਪ ਨੂੰ ਫੀਲਡ ਦੀ ਡਾਇਰੈਕਸ਼ਨ 'ਚ ਰੱਖ ਰੱਖਿਆ ਸੀ ਇਨ ਦਾ ਐਬਸੈਂਸ ਆਫ ਮੈਗਨੈਟਿਕ ਫੀਲਡ, ਜਦੋਂ ਅਸੀਂ ਫੀਲਡ ਜ਼ੀਰੋ ਕਰ ਚੁੱਕੇ ਹਾਂ ਫਿਰ ਵੀ ਉਹ 'ਚ ਪ੍ਰੋਪਰਟੀ ਸੀ। ਮੀਨਸ ਕਿ ਜਦੋਂ ਅਸੀਂ ਇੱਕ ਰਿਵਰਸ ਡਾਇਰੈਕਸ਼ਨ 'ਚ ਫੀਲਡ ਲਗਾਇਆ ਤਾਂ ਇੱਕ ਪੁਆਇੰਟ ਐਸਾ ਆਊਗਾ ਜਿੱਥੇ ਜਾ ਕੇ ਜਿਹੜੇ ਡਾਈਪੋਲਸ ਇੱਧਰ ਨੂੰ ਓਰੀਐਂਟ ਸੀਗੇ ਉਹ ਡਿਸਟਰਬ ਹੋ ਜਾਣਗੇ। ਇਹਦਾ ਮਤਲਬ ਉਹਦੀ ਰਿਟੈਂਟਿਵਿਟੀ ਜਿਹੜੀ ਹੋ ਜੂਗੀ ਉਹ ਕੀ ਹੋ ਜੂਗੀ, ਜ਼ੀਰੋ ਹੋ ਜੂਗੀ। ਤਾਂ ਉਹ ਰਿਟੈਂਟਿਵਿਟੀ ਨੂੰ ਜ਼ੀਰੋ ਕਰਨ ਦੇ ਲਈ ਅਸੀਂ ਰਿਵਰਸ ਡਾਇਰੈਕਸ਼ਨ ਦੇ ਵਿੱਚ ਜਿੰਨਾ ਮੈਗਨੈਟਿਕ ਫੀਲਡ ਲਗਾਉਂਦੇ ਆ ਉਹਨੂੰ ਅਸੀਂ ਕੀ ਬੋਲਦੇ ਆ, ਉਹਨੂੰ ਅਸੀਂ ਕੋਰਸੀਵਿਟੀ ਦੇ ਨਾਲ ਬੋਲਦੇ ਆ। ਮਤਲਬ ਰਿਟੈਂਟਿਵਿਟੀ ਨੂੰ ਜਿਹੜਾ ਪੈਂਡਿੰਗ ਮੈਗਨੈਟਿਕ ਫੀਲਡ ਰਹਿ ਗਿਆ ਸੈਂਪਲ 'ਚ ਉਹਨੂੰ ਜ਼ੀਰੋ ਕਰਨ ਦੇ ਲਈ ਰਿਵਰਸ ਡਾਇਰੈਕਸ਼ਨ 'ਚ ਜੋ ਅਸੀਂ ਮੈਗਨੈਟਿਕ ਫੀਲਡ ਅਪਲਾਈ ਕਰਦੇ ਆ ਦੈਟ ਇਜ਼ ਕਾਲਡ ਕੋਰਸੀਵਿਟੀ। ਤਾਂ ਹੁਣ ਜਦੋਂ ਮੈਗਨੈਟਿਕ ਫੀਲਡ ਇੱਕ ਉਸ ਕੰਡੀਸ਼ਨ ਤੱਕ ਲੱਗ ਗਿਆ ਵੀ ਸਾਰੇ ਦੇ ਸਾਰੇ ਡਾਈਪੋਲਸ ਨੇ ਆਪਣੇ ਆਪ ਨੂੰ ਫੀਲਡ ਦੀ ਡਾਇਰੈਕਸ਼ਨ ਦੇ ਵਿੱਚ ਸੈੱਟ ਕਰ ਲਿਆ, ਦੈਟ ਮੀਨਸ ਕਿ ਹੁਣ ਜਿਹੜਾ ਮੈਗਨੈਟਿਕ ਫੀਲਡ ਹੋਊਗਾ ਉਹ ਸਾਰਾ ਦਾ ਸਾਰਾ ਕੀ ਹੋ ਗਿਆ, ਉਹ ਸਾਰਾ ਦਾ ਸਾਰਾ ਓਪੋਜ਼ਿਟ ਡਾਇਰੈਕਸ਼ਨ ਦੇ ਵਿੱਚ ਬਿਲਡਅਪ ਹੋ ਗਿਆ। ਮਤਲਬ ਇਹ ਸਬਸਟਾਂਸ ਮੈਗਨੇਟਾਈਜ਼ ਹੋ ਗਿਆ ਓਪੋਜ਼ਿਟ ਡਾਇਰੈਕਸ਼ਨ ਦੇ ਵਿੱਚ, ਪਰ ਐਕਚੁਅਲੀ ਇਨ ਦਾ ਡਾਇਰੈਕਸ਼ਨ ਆਫ ਫੀਲਡ ਜਿੱਧਰ ਨੂੰ ਅਸੀਂ ਮੈਗਨੈਟਿਕ ਫੀਲਡ ਅਪਲਾਈ ਕੀਤਾ ਹੋਇਆ। ਤੇ ਸਾਰੀ ਹਿਸਟੈਰਿਸਿਸ ਕਰਵ ਬੇਟਾ ਇਹਦੇ ਤੇ ਹੀ ਬੇਸਡ ਹੈ। ਹੁਣ ਇਹ ਕਰਵ ਕਿਸ ਤਰ੍ਹਾਂ ਬਣੀ ਹੋਈ ਹੈ, ਦੇਖੋ ਸਬਸਟਾਂਸ ਹੈ, ਤੁਸੀਂ ਮੈਗਨੈਟਿਕ ਫੀਲਡ ਇਨਕਰੀਜ਼ ਕਰਨਾ ਸ਼ੁਰੂ ਕੀਤਾ, ਤੁਸੀਂ ਜ਼ੀਰੋ ਤੋਂ ਮੈਗਨੈਟਿਕ ਫੀਲਡ ਨੂੰ ਇਨਕਰੀਜ਼ ਕਰਨਾ ਸ਼ੁਰੂ ਕੀਤਾ, ਤਾਂ ਇਹਦਾ ਮਤਲਬ ਸੈਂਪਲ ਹੈ ਜਿਹੜਾ ਉਹ ਮੈਗਨੇਟਾਈਜ਼ ਹੋ ਰਿਹਾ ਹੈ। ਉਹ ਸੈਂਪਲ ਮੈਗਨੇਟਾਈਜ਼ ਹੋਊਗਾ OA ਕਰਵ ਦੇ ਥਰੂ, ਮਤਲਬ ਉਹ 'ਚ ਮੈਗਨੇਟਾਈਜੇਸ਼ਨ ਪ੍ਰੋਡਿਊਸ ਜਿਹੜੀ ਹੋਊਗੀ ਉਹ ਇਸ ਕਰਵ ਨੂੰ ਫੋਲੋ ਕਰੂਗੀ OA ਨੂੰ। ਇਹ ਕਿਹੜਾ ਪੁਆਇੰਟ ਹੈ, ਇਹ ਉਹ ਪੁਆਇੰਟ ਹੈ ਜਿੱਥੇ ਜਾ ਕੇ ਸਬਸਟਾਂਸ ਹੈ ਜਿਹੜਾ ਤੁਹਾਡਾ ਕੰਪਲੀਟਲੀ ਮੈਗਨੇਟਾਈਜ਼ ਹੋ ਗਿਆ। ਮਤਲਬ ਤੁਸੀਂ ਮੈਗਨੈਟਿਕ ਫੀਲਡ ਲਗਾ ਰਹੇ ਹੋ, ਸਬਸਟਾਂਸ ਕੰਪਲੀਟਲੀ ਮੈਗਨੇਟਾਈਜ਼ ਹੋ ਗਿਆ ਇਨ ਦਾ ਡਾਇਰੈਕਸ਼ਨ ਆਫ ਫੀਲਡ, ਮਤਲਬ ਸਾਰੇ ਦੇ ਸਾਰਿਆਂ ਨੇ ਆਪਣੇ ਆਪ ਨੂੰ ਸੈੱਟ ਕਰ ਲਿਆ। ਹੁਣ ਉੱਧਰ ਕੋਈ ਪੋਸੀਬਿਲਿਟੀ ਨਹੀਂ ਹੈ। ਇਹ ਸਟੇਜ ਕੀ ਹੈ, ਸਟੇਜ ਹੈਗੀ ਹੈ ਸੈਚੂਰੇਸ਼ਨ ਸਟੇਜ। ਤਾਂ ਇਹ ਉਹ ਵਾਲਾ ਪੁਆਇੰਟ ਹੈ ਸੈਚੂਰੇਸ਼ਨ ਪੁਆਇੰਟ। ਹੁਣ ਸਪੋਜ਼ ਕਰੋ ਕਿ ਇਸ ਫੀਲਡ ਨੂੰ ਹੌਲੀ ਹੌਲੀ ਫਿਰ ਦੁਬਾਰਾ ਜ਼ੀਰੋ ਕਰਨਾ ਸ਼ੁਰੂ ਕਰਤਾ, ਦੈਟ ਮੀਨਸ ਕਿ ਮੈਗਨੇਟਾਈਜੇਸ਼ਨ ਜ਼ੀਰੋ 'ਤੇ ਆਉਣੀ ਚਾਹੀਦੀ ਹੈ, ਮਤਲਬ ਇਹ ਕਰਵ ਜ਼ੀਰੋ 'ਤੇ ਆਉਣੀ ਚਾਹੀਦੀ ਹੈ, ਪਰ ਐਕਚੁਅਲੀ 'ਚ ਇਸ ਤਰ੍ਹਾਂ ਨਹੀਂ ਹੁੰਦਾ। ਸੇਮ ਪਾਥ ਪਾਰਟੀਕਲਸ ਨਹੀਂ ਕਦੇ ਵੀ ਫੋਲੋ ਕਰਦੇ, ਉਹ ਇਸ ਕਰਵ ਦੇ ਥਰੂ ਵਾਪਿਸ ਆਉਣਗੇ, ਉਹ AB ਕਰਵ ਦੇ ਥਰੂ ਵਾਪਿਸ ਆਉਣਗੇ ਅਤੇ ਉਹਨਾਂ 'ਚ ਸਟਿਲ ਦੇਖੋ ਆਹ ਲਾਈਨ ਰਹਿ ਗਈ, ਇਹ ਕੀ ਹੈ, ਇਹਦਾ ਮਤਲਬ ਉਹ 'ਚ ਸਟਿਲ ਮੈਗਨੇਟਾਈਜੇਸ਼ਨ ਰਹਿ ਗਈ, ਮੈਗਨੈਟਿਕ ਇੰਡਕਸ਼ਨ ਉਹ 'ਚ ਸਟਿਲ ਪੈਂਡਿੰਗ ਹੈ, ਕਿਉਂਕਿ ਅਦਰਵਾਈਜ਼ ਕੀ ਹੋਣਾ ਸੀ, ਇਹ ਕਰਵ ਉਰੇ ਆ ਕੇ ਕੀ ਹੋ ਜਾਂਦੀ, ਜ਼ੀਰੋ ਹੋ ਜਾਂਦੀ। ਹੁਣ ਇਹ ਜਿਹੜਾ ਪੁਆਇੰਟ ਹੈ O to B ਇਹਨੂੰ ਅਸੀਂ ਕੀ ਬੋਲਦੇ ਹਾਂ, ਰਿਟੈਂਟਿਵਿਟੀ, ਜਿਹੜੀ ਸਬਸਟਾਂਸ 'ਚ ਮੈਗਨੇਟਾਈਜੇਸ਼ਨ ਪੈਂਡਿੰਗ ਰਹਿ ਗਈ ਮੈਗਨੈਟਿਕ ਫੀਲਡ ਜ਼ੀਰੋ ਕਰਨ 'ਤੇ। ਕਲੀਅਰ ਹੈ। ਉਸ ਤੋਂ ਬਾਅਦ ਇਸੇ ਮੈਗਨੈਟਿਕ ਫੀਲਡ ਨੂੰ ਅਸੀਂ ਰਿਵਰਸ ਡਾਇਰੈਕਸ਼ਨ 'ਚ ਲਿਜਾਣਾ ਸ਼ੁਰੂ ਕਰਤਾ, ਮਤਲਬ ਇਹਦੇ ਨੈਗੇਟਿਵ ਸਾਈਡ ਲਿਜਾਣਾ ਸ਼ੁਰੂ ਕਰਤਾ। ਤਾਂ ਜਦੋਂ ਅਸੀਂ ਮੈਗਨੈਟਿਕ ਫੀਲਡ ਨੂੰ ਓਪੋਜ਼ਿਟ ਸਾਈਡ 'ਤੇ ਇਨਕਰੀਜ਼ ਕਰਨਾ ਸ਼ੁਰੂ ਕਰਾਂਗੇ ਤਾਂ ਇੱਕ ਸਟੇਜ ਐਸੀ ਆਊਗੀ ਜਿੱਥੇ ਇਹ ਮੈਗਨੇਟਾਈਜੇਸ਼ਨ ਕੀ ਹੋ ਜੂਗੀ, ਜ਼ੀਰੋ ਹੋਊਗੀ। ਉਹ ਆਹ ਵਾਲਾ ਪੁਆਇੰਟ ਹੈ। ਦੈਟ ਮੀਨਸ ਕਿ ਤੁਸੀਂ ਇੰਨਾ ਫੀਲਡ ਲਗਾਇਆ, O to C ਜਿੰਨਾ ਫੀਲਡ ਲਗਾਇਆ ਇਹਨੂੰ ਜ਼ੀਰੋ ਕਰਨ ਦੇ ਲਈ, ਇਹਨੂੰ ਅਸੀਂ ਬੋਲਦੇ ਹਾਂ ਕੋਰਸੀਵਿਟੀ। OB ਕੀ ਹੈ, ਰਿਟੈਂਟਿਵਿਟੀ ਪੈਂਡਿੰਗ ਫੀਲਡ, OC ਕੀ ਹੈ, OC ਇਜ਼ ਦਾ ਕੋਰਸੀਵਿਟੀ, ਜਿਹੜਾ ਕਿ ਰਿਟੈਂਟਿਵਿਟੀ ਨੂੰ ਜ਼ੀਰੋ ਕਰਨ ਦੇ ਲਈ ਕਿੰਨਾ ਮੈਗਨੈਟਿਕ ਫੀਲਡ ਲਗਾਉਣਾ ਪਊਗਾ। ਹੁਣ ਇਹ ਮੈਗਨੈਟਿਕ ਫੀਲਡ ਦੇਖੋ ਆਬਵੀਅਸ ਹੈ ਕਿ ਅਲੱਗ-ਅਲੱਗ ਸੈਂਪਲ 'ਚ ਅਲੱਗ-ਅਲੱਗ ਹੋਊਗਾ। ਮੀਨਸ ਕੋਈ ਐਸਾ ਸਬਸਟਾਂਸ ਹੈ ਜਿਹੜਾ ਕਿ ਹਾਈਲੀ ਮੈਗਨੇਟਾਈਜ਼ ਹੋ ਜਾਂਦਾ ਹੈ, ਦੈਟ ਮੀਨਸ ਕਿ ਉਹ 'ਚ ਰਿਟੈਂਟਿਵਿਟੀ ਦੀ ਵੈਲਿਊ ਜ਼ਿਆਦਾ ਹੋਊਗੀ, ਜਾਂ ਹੋ ਸਕਦਾ ਹੈ ਕਿ ਉਹਦੇ 'ਚ ਜਿਹੜੀ ਮੈਗਨੇਟਾਈਜੇਸ਼ਨ ਰਹਿ ਗਈ ਉਹਨੂੰ ਜ਼ੀਰੋ ਕਰਨ ਦੇ ਲਈ ਸਾਨੂੰ ਰਿਵਰਸ ਡਾਇਰੈਕਸ਼ਨ 'ਚ ਮੈਗਨੈਟਿਕ ਫੀਲਡ ਬਹੁਤ ਜ਼ਿਆਦਾ ਲਗਾਉਣਾ ਪੈ ਰਿਹਾ, ਦੈਟ ਮੀਨਸ ਕਿ ਉਹਦੀ ਕੋਰਸੀਵਿਟੀ ਦੀ ਵੈਲਿਊ ਬਹੁਤ ਜ਼ਿਆਦਾ ਹਾਈ ਹੋਊਗੀ। ਤਾਂ ਇਹ ਜਿਹੜੀ ਹਿਸਟੈਰਿਸਿਸ ਲੂਪ ਹੈ ਬੇਟਾ, ਇਹ ਡਿਫਰੈਂਟ ਸਬਸਟਾਂਸਿਸ ਦੇ ਲਈ ਡਿਫਰੈਂਟ ਬਣੂਗੀ, ਉਹ 'ਚ ਕੋਰਸੀਵਿਟੀ ਅਤੇ ਰਿਟੈਂਟਿਵਿਟੀ ਦੀਆਂ ਵੈਲਿਊਜ਼ ਨੇ ਜਿਹੜੀਆਂ ਉਹ ਡਿਫਰੈਂਟ ਹੋਣਗੀਆਂ। ਤਾਂ ਉਸ ਤੋਂ ਬਾਅਦ ਵੀ ਸਟਿਲ ਜੇ ਤੁਸੀਂ ਮੈਗਨੈਟਿਕ ਫੀਲਡ ਨੂੰ ਇਨਕਰੀਜ਼ ਕਰੀ ਜਾ ਰਹੇ ਹੋ ਇਨ ਦਾ ਰਿਵਰਸ ਡਾਇਰੈਕਸ਼ਨ, ਤਾਂ ਉਹੀ ਕੇਸ ਹੋਏਗਾ ਕਿ ਰਿਵਰਸ ਡਾਇਰੈਕਸ਼ਨ ਦੇ ਵਿੱਚ ਦੇਖੋ ਮੈਗਨੈਟਿਕ ਫੀਲਡ मैंने ऑपोजिट डायरेक्शन च लगाया तो हौली हौली सारे पार्टिकल्स की हो गए अपने आप ਨੂੰ डायपोल्स ने ऑपोजिट डायरेक्शन च अपने आप ਨੂੰ सैट कर लिया। ਇਹਦਾ ਮਤਲਬ ਉਹਦਾ ਰਿਵਰਸ ਪੁਆਇੰਟ ਇੱਥੇ ਆ ਗਿਆ। ਹੁਣ ਇੱਥੇ ਉਹਦੀ ਸੈਚੂਰੇਸ਼ਨ ਹੋ ਗਈ। ਸੈਚੂਰੇਸ਼ਨ ਕੀ ਹੋ ਗਈ ਕਿ ਮੈਗਨੈਟਿਕ ਫੀਲਡ ਜਿੰਨਾ ਲਗਾਉਣਾ ਸੀ ਲਗਾਤਾ, ਜਿੰਨਾ ਇਹਨਾਂ ਨੇ ਆਪਣੇ ਆਪ ਨੂੰ ਸੈੱਟ ਕਰਨਾ ਸੀ, ਮੈਗਨੇਟਾਈਜ਼ ਕਰਨਾ ਸੀ, ਕਰ ਲਿਆ। ਤਾਂ ਇਹ ਇੱਕ ਸਿਮੈਟ੍ਰੀਕਲ ਕਰਵ ਬਣ ਗਈ ਤੇ ਇਹਨੂੰ ਹੀ, ਇਸ ਕਰਵ ਨੂੰ ਹੀ ਅਸੀਂ ਹਿਸਟੈਰਿਸਿਸ ਕਰਵ ਬੋਲਦੇ ਹਾਂ। ਹਿਸਟੈਰਿਸਿਸ ਲੈਗ ਬਿਹਾਈਂਡ, ਦੇਖੋ ਅਸੀਂ ਮੈਗਨੇਟਾਈਜੇਸ਼ਨ ਕੀਤੀ, ਡੀਮੈਗਨੇਟਾਈਜੇਸ਼ਨ ਕੀਤੀ, ਉਹਦੇ 'ਚ ਸਟਿਲ ਕੁਛ ਮੈਗਨੇਟਾਈਜੇਸ਼ਨ ਰਹਿ ਗਈ
ਉਹ ਵੀ ਜਿਹੜੀ ਹੈ ਮੈਗਨੇਟਾਈਜੇਸ਼ਨ ਰਹਿ ਗਈ। ਇਹਨੂੰ ਹੀ ਅਸੀਂ ਕੀ ਬੋਲਦੇ ਹਾਂ, ਹਿਸਟੈਰਿਸਿਸ ਬੋਲਦੇ ਹਾਂ। ਹਿਸਟੈਰਿਸਿਸ ਮੀਨਸ ਲੈਗਸ ਬਿਹਾਈਂਡ ਸਮਥਿੰਗ। ਤਾਂ ਉਸ ਤੋਂ ਬਾਅਦ ਹੁਣ ਇਹਦਾ ਸਿਗਨੀਫਿਕੈਂਸ ਪਤਾ ਹੋਣਾ ਚਾਹੀਦਾ। ਸਿਗਨੀਫਿਕੈਂਸ ਦੇਖੋ ਤੁਹਾਡੀ ਬੁੱਕ ਬੇਟਾ ਪੁਆਇੰਟ ਬਣਿਆ ਹੋਇਆ, ਸੁਟੇਬਲ ਮਟੀਰੀਅਲ ਚੂਜ਼ ਕਰਨ 'ਚ, ਜਿਸ ਤਰ੍ਹਾਂ ਮੰਨ ਲਓ ਪਰਮਾਨੈਂਟ ਮੈਗਨੇਟਸ ਬਣਾਉਣੇ ਨੇ, ਪਰਮਾਨੈਂਟ ਮੈਗਨੇਟਸ ਬਣਾਉਣੇ ਤਾਂ ਉਹਨਾਂ ਦੀ ਕੀ ਕੁਆਲਿਟੀ ਹੋਣੀ ਚਾਹੀਦੀ ਹੈ ਕਿ ਉਹਨਾਂ ਦੀ ਮੈਗਨੇਟਾਈਜੇਸ਼ਨ ਦੀ ਜਿਹੜੀ ਕੁਆਲਿਟੀ ਹੈ, ਪ੍ਰੋਪਰਟੀ ਹੈ, ਉਹ ਡਿਸਟਰੋਏ ਨਹੀਂ ਹੋਣੀ ਚਾਹੀਦੀ ਜਲਦੀ। ਦੈਟ ਮੀਨਸ ਕਿ ਉਹਨਾਂ ਦੀ ਰਿਟੈਂਟਿਵਿਟੀ ਦੀ ਵੈਲਿਊ, ਕੋਰਸਿਵਿਟੀ ਦੀਆਂ ਵੈਲਿਊਜ਼ ਨੇ ਜਿਹੜੀਆਂ ਉਹ ਜ਼ਿਆਦਾ ਹੋਣੀਆਂ ਚਾਹੀਦੀਆਂ ਨੇ। ਕਲੀਅਰ ਹੈ। ਉਸੇ ਤਰ੍ਹਾਂ ਟਰਾਂਸਫਾਰਮਰ ਕੋਰਸ ਨੇ ਜਾਂ ਇਲੈਕਟ੍ਰੋਮੈਗਨੇਟਸ ਨੇ। ਹੁਣ ਨੈਕਸਟ ਹੈ, ਕਿਉਂਕਿ ਜਦੋਂ ਅਸੀਂ ਸਾਈਕਲ ਯੂਜ਼ ਕਰਦੇ ਹਾਂ, ਬਾਰ-ਬਾਰ ਮੈਗਨੇਟਾਈਜ਼ ਕਰਦੇ ਹਾਂ, ਡੀਮੈਗਨੇਟਾਈਜੇਸ਼ਨ ਕਰਦੇ ਹਾਂ, ਤਾਂ ਲਾਸ ਹੁੰਦਾ એનર્ਜੀ ਦਾ। ਉਹ ਅਸੀਂ એનર્ਜੀ ਦਾ ਲਾਸ ਕੈਲਕੂਲੇਟ ਕਰਨਾ ਹੈ। ਦੇਖੋ ਤੁਹਾਡੇ ਕੋਲ ਕਰਵ ਬਣੀ ਹੋਈ ਹੈ। ਅਸੀਂ ਇਸ ਕਰਵ ਦੇ ਵਿੱਚ ਕੀ ਕਰਾਂਗੇ, ਅਸੀਂ ਆਹ ਵਾਲਾ ਜਿਹੜਾ ਸਾਰਾ ਸੈਕਸ਼ਨ ਹੈ, ਦਿਸ ਸੈਕਸ਼ਨ ਦੇਖੋ, ਆਹ ਸਾਰਾ ਅਸੀਂ ਇਹ ਸਾਰੇ ਦਾ ਕੱਢ ਲਾਂਗੇ ਏਰੀਆ। ਫਿਰ ਉਸ ਤੋਂ ਬਾਅਦ ਕੀ ਕਰਾਂਗੇ, ਆਹ ਨਿਚਲੇ ਸੈਕਸ਼ਨ ਦਾ ਏਰੀਆ ਕੱਢ ਲਾਂਗੇ, ਦਿਸ ਸੈਕਸ਼ਨ ਦਾ। ਆ ਸਾਰੇ ਸੈਕਸ਼ਨ ਦੇ ਵਿੱਚੋਂ ਅਗਰ ਅਸੀਂ ਆਹ ਸੈਕਸ਼ਨ ਦਾ ਏਰੀਆ ਮਾਈਨਸ ਕਰ ਦਾਂਗੇ ਤਾਂ ਸਾਨੂੰ ਇਸ ਕਰਵ ਦਾ ਏਰੀਆ ਪਤਾ ਲੱਗ ਜੂਗਾ। ਵੀ ਵਿਲ ਫਾਈਂਡ ਦਾ ਏਰੀਆ ਆਫ ਦਿਸ ਕਰਵ। ਇਹ ਕਰਵ ਦਾ ਜਿਹੜਾ ਅਸੀਂ ਏਰੀਆ ਫਾਈਂਡ ਆਊਟ ਕਰਾਂਗੇ ਉਹੀ ਉਹਦੇ ਲੌਸਿਸ ਦੇ ਇਕੁਅਲ ਹੋਊਗਾ। ਠੀਕ ਹੈ। ਏਰੀਆ ਆਫ ਦਿਸ ਕਰਵ ਇਜ਼ ਇਕੁਅਲ ਟੂ ਦਾ ਲਾਸ ਆਫ એનર્ਜੀ ਡਿਊ ਟੂ ਹਿਸਟੈਰਿਸਿਸ। ਤਾਂ ਸਪੋਜ਼ ਕਰੋ ਕਿ ਤੁਹਾਡੇ ਕੋਲ ਇੱਕ ਫੈਰੋਮੈਗਨੈਟਿਕ ਸੈਂਪਲ ਹੈ, ਮੈਗਨੈਟਿਕ ਫੀਲਡ H ਅਪਲਾਈ ਕੀਤਾ ਹੋਇਆ, ਤਾਂ ਮੈਗਨੈਟਿਕ ਇੰਡਕਸ਼ਨ ਕਿੰਨੀ ਪ੍ਰੋਡਿਊਸ ਹੁੰਦੀ ਹੈ, B ਇਜ਼ ਇਕੁਅਲ ਟੂ μH। ਅਤੇ એનર્ਜੀ ਦਾ ਜਿਹੜਾ ਫਾਰਮੂਲਾ ਦੈਟ ਇਜ਼ B²/2μ। ਤਾਂ ਆਪਾਂ ਬੇਟਾ ਇੱਥੇ B ਦੀ ਵੈਲਿਊ ਪੁੱਟ ਕਰਦੇ ਹਾਂ μH। ਤਾਂ ਜਦੋਂ ਅਸੀਂ ਸਕੇਅਰ ਕਰਾਂਗੇ ਇਹਦਾ μ²H² ਹੋ ਜਾਊਗਾ। B² ਦੀ ਵੈਲਿਊ ਪੁੱਟ ਕਰਾਂਗੇ ਤਾਂ μ²H² ਹੋ ਜਾਏਗਾ। ਤਾਂ ਉਹ ਨੀਚੇ ਆਪਣਾ ਵੈਲਿਊਜ਼ ਨੇ ਜਿਹੜੀਆਂ, ਉਹ ਸੌਰੀ ਇਟਸ ਇੱਕ B ਐਜ਼ ਇਟ ਇਜ਼ ਰੱਖਿਆ ਹੋਇਆ, ਇਹਨੇ ਇੱਕ B ਦੀ ਵੈਲਿਊ ਪੁੱਟ ਕੀਤੀ ਹੋਈ ਹੈ। ਇੱਕ B ਨੂੰ ਐਜ਼ ਇਟ ਇਜ਼ ਰੱਖ ਕੇ ਇੱਕ B ਦੀ ਵੈਲਿਊ μH ਪੁੱਟ ਕਰ ਲਈ। ਮਿਊ ਨਾਲ ਮਿਊ ਕੈਂਸਲ ਹੋ ਗਿਆ, ਤਾਂ એનર્ਜੀ ਕੀ ਬਣ ਗਈ, 1/2B × H। ਕਲੀਅਰ ਹੈ। ਉਸ ਤੋਂ ਬਾਅਦ એનર્ਜੀ ਗੇਨਡ ਬਾਏ ਫੈਰੋਮੈਗਨੈਟਿਕ ਸੈਂਪਲ ਡਿਊਰਿੰਗ ਇਨਕਰੀਜ਼ ਆਫ H। ਦੇਖੋ ਜਦੋਂ ਅਸੀਂ ਮੈਗਨੈਟਿਕ ਫੀਲਡ ਇਨਕਰੀਜ਼ ਕਰ ਰਹੇ ਹਾਂ, ਦੈਟ ਮੀਨਸ ਕਿ ਸੈਂਪਲ ਹੈ ਜਿਹੜਾ ਉਹ એનર્ਜੀ ਗੇਨ ਕਰ ਰਿਹਾ ਹੈ ਮੈਗਨੈਟਿਕ ਫੀਲਡ ਤੋਂ। ਤਾਂ ਜਦੋਂ ਉਹਨੇ એનર્ਜੀ ਗੇਨ ਕਰਨੀ ਹੈ ਤਾਂ ਓਬਵੀਅਸ ਹੈ ਕਿ ਤੁਸੀਂ ਮੈਗਨੈਟਿਕ ਫੀਲਡ ਇਨਕਰੀਜ਼ ਕੀਤਾ ਤਾਂ ਉਹਦਾ ਮੈਗਨੈਟਿਕ ਇੰਡਕਸ਼ਨ ਹੈ ਜਿਹੜਾ ਉਹਦੇ ਵਿੱਚ ਇਨਕਰੀਜ਼ ਹੋਊਗਾ। ਤਾਂ એનર્ਜੀ ਕਿੰਨੀ ਹੋ ਗਈ, એનર્ਜੀ ਹੋ ਗਈ 1/2। B 'ਚ ਚੇਂਜ ਕੀਤਾ B+dB, H 'ਚ ਚੇਂਜ ਕੀਤਾ H+dH। ਤਾਂ ਇਹਨੂੰ ਐਕਸਪੈਂਡ ਕਰ ਲਓ, 1/2BH 1/2HdB ਮਲਟੀਪਲਾਈ ਕਰ ਲਿਆ, 1/2BdH + 1/2dBdH ਬਣ ਗਿਆ। ਤਾਂ ਨੈਟ એનર્ਜੀ ਕਿੰਨੀ ਗੇਨ ਕੀਤੀ ਸੈਂਪਲ ਨੇ, ਇਹਨਾਂ ਦੋਨਾਂ ਵੈਲਿਊਜ਼ ਦਾ ਮਾਈਨਸ ਕਰ ਲਓ। ਫਾਈਨਲ એનર્ਜੀ ਮਾਈਨਸ ਇਨੀਸ਼ੀਅਲ એનર્ਜੀ ਜਦੋਂ ਕੀਤਾ ਤਾਂ ਸਾਡੇ ਕੋਲ ਜਿਹੜਾ ਚੇਂਜ ਇਨ એનર્ਜੀ ਹੈ ਦੈਟ ਇਜ਼ 1/2HdB 1/2BdH + 1/2dBdH ਆ ਗਿਆ। ਹੁਣ ਕਿਉਂਕਿ DB ਅਤੇ DH ਦੀਆਂ ਵੈਲਿਊਜ਼ ਸਮੋਲ ਨੇ ਤਾਂ ਇਹਨੂੰ ਨਿਗਲੈਕਟ ਕਰਤਾ, ਕਿਉਂਕਿ ਜਦੋਂ ਮਲਟੀਪਲਾਈ ਕਰਾਂਗੇ ਤਾਂ ਵੈਲਿਊ ਹੋਰ ਜ਼ਿਆਦਾ ਸਮੋਲ ਹੋ ਜੂਗੀ। ਇਸ ਕਰਕੇ ਆਪਣੇ ਕੋਲ ਪਹਿਲੀਆਂ ਦੋ ਟਰਮਸ ਰਹਿ ਗਈਆਂ, 1/2HdB 1/2BdH। ਹੁਣ ਕਿਉਂਕਿ B ਜਿਹੜਾ ਹੈ μH ਦੇ ਇਕੁਅਲ ਹੈ, ਸੋ ਮਿਊ ਕੀ ਹੋ ਗਿਆ, B/H ਹੋ ਗਿਆ। ਜਾਂ ਫਿਰ ਮਿਊ ਨੂੰ ਅਸੀਂ ਕੀ ਲਿਖ ਸਕਦੇ ਹਾਂ, DB/DH ਲਿਖ ਸਕਦੇ ਹਾਂ। ਉੱਥੋਂ DB ਦੀ ਵੈਲਿਊ ਮਿਊ × DH ਆ ਗਈ। ਸੋ ਇਹ DB ਦੀ ਵੈਲਿਊ ਅਗਰ ਆਪਾਂ ਇੱਥੇ ਪੁੱਟ ਕਰਦੇ ਹਾਂ ਇਸ ਐਕਸਪ੍ਰੈਸ਼ਨ 'ਚ ਤਾਂ ਸਾਡੇ ਕੋਲ ਨੈਟ એનર્ਜੀ ਕਿੰਨੀ ਆ ਗਈ, 1/2BdH 1/2BdH ਹਾਫ ਹੋ ਗਿਆ, ਮਤਲਬ ਇਹ 1 ਬਣ ਗਿਆ, B × DH ਬਣ ਗਿਆ। ਤਾਂ ਇੱਥੇ એનર્ਜੀ ਕਿਹਦੇ ਇਕੁਅਲ ਆ ਗਈ, ਦੇਖੋ એનર્ਜੀ ਆ ਗਈ B × DH। ਹੁਣ B × DH ਕੀ ਹੈ, ਹੁਣ ਦੇਖੋ ਕਿਉਂਕਿ ਅਸੀਂ ਆ ਜਿਹੜਾ ਸੈਂਪਲ ਹੈ, ਜਦੋਂ ਵੀ ਸਾਡੇ ਕੋਲ ਕੋਈ ਵੇਰੀਏਬਲ ਫੈਕਟਰ ਹੁੰਦਾ ਉਹਨੂੰ ਕਿਉਂਕਿ ਡਾਇਰੈਕਟ ਕੈਲਕੂਲੇਟ ਕਰਨਾ ਔਖਾ ਹੁੰਦਾ, ਇਸ ਕਰਕੇ ਅਸੀਂ ਕੀ ਕਰਦੇ ਹਾਂ ਕਿ ਅਸੀਂ ਉਹਦੇ ਸਮੋਲ ਪੋਰਸ਼ਨਸ ਕਰ ਲੈਂਦੇ ਹੁੰਦੇ ਹਾਂ। ਉਹ ਸਮੋਲ ਪੋਰਸ਼ਨਸ 'ਚੋਂ ਅਸੀਂ ਫਿਰ ਇੱਕ ਪੋਰਸ਼ਨ ਦਾ ਕੈਲਕੂਲੇਟ ਕਰ ਲੈਂਦੇ ਹਾਂ ਅਤੇ ਬਾਕੀਆਂ ਦਾ ਉਹਦੇ ਵਿੱਚ ਕੀ ਹੁੰਦਾ, ਬਾਕੀਆਂ ਦੀ ਅਸੀਂ ਇੰਟੀਗ੍ਰੇਸ਼ਨ ਕਰ ਲੈਂਦੇ ਹਾਂ ਜਾਂ ਆਪਣਾ ਸਮੇਸ਼ਨ ਦਾ ਪ੍ਰੋਸੈਸ ਯੂਜ਼ ਕਰਕੇ ਉਹਦੀ ਵੈਲਿਊ ਕੈਲਕੂਲੇਟ ਕਰਦੇ ਹਾਂ। ਤਾਂ ਜਦੋਂ ਵੇਰੀਏਬਲ ਥਿੰਗਸ ਹੁੰਦੀਆਂ ਉਦੋਂ ਮੋਸਟਲੀ ਅਸੀਂ ਇੰਟੀਗ੍ਰੇਸ਼ਨ ਪ੍ਰੋਸੈਸ ਵਿੱਚੋਂ ਉਹਨਾਂ ਨੂੰ ਦੇਖ ਲਈਦਾ। ਤਾਂ ਹੁਣ ਇੱਥੇ ਦੇਖੋ ਕਿਉਂਕਿ ਇਹ ਵੀ ਆਪਣੇ ਕੋਲ ਕਰਵ ਵੇਰੀਏਬਲ ਹੈ, ਤਾਂ ਇਹਨੇ ਕੀ ਕੀਤਾ ਕਿ ਇਹਦੇ ਸਮੋਲ ਪੋਰਸ਼ਨਸ ਕਰ ਲਏ, ਇਹਦੇ ਸਮੋਲ ਸਟ੍ਰਿਪਸ ਨੇ ਜਿਹੜੀਆਂ ਉਹ ਕੱਟ ਕਰ ਲਈਆਂ। ਤਾਂ ਹੁਣ ਇਹਦੇ ਵਿੱਚ B × DH ਕੀ ਹੈ, ਦਿਸ ਇਜ਼ B। ਇਹ B ਹੈ ਇੰਡਕਸ਼ਨ ਜਿਹੜੀ ਪ੍ਰੋਡਿਊਸ ਹੋਈ ਹੈ, ਅਤੇ ਇਹਦੀ ਇੱਥੋਂ ਸਮੋਲ ਪਾਰਟ ਚੂਜ਼ ਕਰ ਲਿਆ DH। ਇਹਦਾ ਮਤਲਬ B × DH ਜਿਹੜਾ ਹੈ ਉਹ ਕੀ ਹੈ, ਉਹ ਐਕਚੁਅਲੀ 'ਚ
क्योंकि लेंथ इनटू ब्रेडथ हो गया, लेंथ इनटू ब्रेडथ हो गया, दैट मीनस वो एरिया हो गया DEFG। मतलब सपोज करो कि ਅਸੀਂ इस तरह के उरे बहुत सारे स्मॉल पोर्शनस बनाए हुए हैं, तो सारिਆਂ ਨੂੰ ਜਦੋਂ ਅਸੀਂ ਇਕੱਠਾ ਕਰਾਂਗੇ ਤਾਂ ਉਹ ਕੀ ਬਣ ਜੂਗਾ, ਉਹ ਬਣ ਜੂਗਾ ਏਰੀਆ RTPSR। ਦੇਖੋ एक्चुअली की है, जो असी B/DH किया वो इस स्ट्रिप का एरिया बन गया जी कर्व से बनी हुई है DEFG। हुण मान लो क्योंकि आपां ने तो मतलब फुल कर्व का करना है, तो असी जो मैगनैटिक फील्ड इनक्रीज़ कर रहे हैं वो मैगनैटिक फील्ड कितों इनक्रीज़ कर रहे हैं, टोटल एनर्जी गेन्ड बाय द सैंपल मैगनैटिक फील्ड फ्रॉम इनिशियल टू फाइनल कर्व RSP इज़ इक्वल टू द एरिया अंडर द कर्व RTPSR। देखो कर्व देखो RTPSR, RTPSR मतलब जो तुसी इन्हां सारे पार्ट्स नू सबमिशन करोगे तो वो सारा की बन जूगा, वो इस कर्व का एरिया बन जूगा। दिस इज़ द एनर्जी गेन्ड बाय द सैंपल जो तुसी मैगनैटिक फील्ड की वैल्यू एक लो वैल्यू टू हाई वैल्यू की। उसी तरह एनर्जी लॉस्ट बाय द सैंपल, सैंपल ने एनर्जी लॉस्ट करनी है, दैट इज़ गिवन बाय द एरिया ऑफ दिस कर्व मतलब RQPTR। तो ये सारे जो असी वैल्यूज़ में माइनस करांगे, एरियाज़ में माइनस करांगे, तो साढ़े कोल जिहड़ा एरिया बच जूगा वो इस हिस्टैरिसीस लूप के एरिया के बराबर होगा। क्लीयर है। उस तो बाद नैक्सट है ठीक है फ्री एंड बाउंड करंट्स। देखो फ्री एंड बाउंड करंट्स के विच की डिफरेंस है, फ्री करंट्स ने जो एक्चुअल ट्रांसपोर्टेशन होंदी है इलैक्ट्रॉन्स दी दा आयन्स दी, तो असी बोलते हैं कि जो करंट जनरेट हो रहा है दैट इज़ फ्री करंट। तो करंट असी एमीटर के थ्रू मैजर कर सकते हैं, जिस तरह मतलब फॉर एग्जाम्पल कोई बैटरी के थ्रू असी EMF लै रहे हैं या EMF का कोई अदर सोर्स है, वो सारे की ने वो फ्री करंट्स की कैटेगरी च आते हैं। बाउंड करंट्स ने जिहड़े मैगनेटाइजेशन करंट होंदे ने, ये करंट देखो सैंपल दे विच तां प्रोड्यूस होंदे ने, जिस तरह हुण असीं पढ़ रहे हैं कि सैंपल लिता असीं उहनूं मैगनैटिक फील्ड अप्लाई किया, तो उत्थे उहदे पार्टिकल्स ने अपने आप नूं मूव करना शुरू किया फील्ड की डायरैक्शन दे विच। इहदा मतलब कि उत्थे पार्टिकल्स तो मूव कर रहे हैं, तो उस टाइम जिहड़ा उत्थे करंट प्रोड्यूस हुंदा है, क्योंकि असी करंट की डेफिनेशन ही यही दिंदे आ कि जो चार्ज मूव करता है तो असी बोलते हैं कि करंट प्रोड्यूस हो रहा है। तो इस केस जो असी सबसटांस नूं मैगनेटाइज करते हैं उस टाइम जिहड़ा करंट है दैट इज़ मैगनेटाइजेशन करंट, और इनू असी की बोलते हैं बाउंड करंट बोलते हैं। और ये उदों प्रोड्यूस होंदा जो असी सबसटांस ते मैगनैटिक फील्ड अप्लाई करते हैं। तो देखो इनू असी एमीटर के थ्रू मैजर नहीं कर सकते है, ठीक है। तो ये कुछ इन्हां च डिफरेंसिस ने, ये तुसी पढ़ने बेटा, छोटिया छोटिया डेफिनेशनस ने एग्जाम्स च आंदियां ने 2 मार्क्स वाले क्वेश्चन। नैक्सट है डिफरेंशियल फॉर्म ऑफ एम्पीयर्स लॉ इन प्रेजेंस ऑफ मैगनैटिक मटीरियल्स। हुण देखो अगर असी किसी सबसटांस नूं मैगनैटिक फील्ड दे विच रखदे आ तो की फर्क पैंदा है, एम्पीयर्स ला ते की फर्क पैंदा है, क्योंकि असीं एम्पीयर्स ला पढ़िया पिछे इलैक्ट्रीसिटी वाले पोर्शन दे विच। तो अगर असीं किसी सबसटांस नूं मैगनैटिक फील्ड अप्लाई करते हैं तो एम्पीयर्स ला दी जिहड़ी मॉडिफिकेशन है वो किस तरह होगी, क्योंकि असीं हुण उरे नवीं टर्म पढ़ी है दैट इज़ बाउंड करंट, ठीक है। तो देखो बेसिक इक्वेशन की है डेल क्रॉस B इज़ इक्वल टू म्यू नॉट जी। हुण क्योंकि सबसटांस नूं मैगनैटिक फील्ड अप्लाई किया तो उहदे विच बाउंड करंट्स की पॉसिबिलिटी है, तो यदा मतलब इत्थे J की हो जाऊगा फ्री करंट प्लस बाउंड करंट। हुण जिहड़ा बाउंड करंट है, बाउंड करंट का एक रिलेशन हो रहा है डेल क्रॉस M है, ये बेटा पिछे तुहाडा ये आर्टिकल है, इहदा रिजल्ट है। तो J की हो गया JF प्लस डेल क्रॉस M, मतलब बाउंड करंट नूं असीं डेल क्रॉस M नाल लिख सकते हैं। M की है मैगनेटाइजेशन प्रोड्यूस इन द सैंपल, कितनी मैगनेटाइजेशन प्रोड्यूस होती है, ठीक है। उस तो बाद डेल क्रॉस B की हो गया म्यू नॉट JF प्लस म्यू नॉट डेल क्रॉस M। ये तुसीं की करो डेल क्रॉस B आ वैल्यू इधर ले आओ, इट इज़ इक्वल टू म्यू नॉट JF, म्यू नॉट के नाल इनू डिवाइड कर दो 1 बाय म्यू नॉट डेल क्रॉस P माइनस डेल क्रॉस M इज़ इक्वल टू JF, ठीक है। डेल क्रॉस B अपॉन म्यू नॉट माइनस M इज़ इक्वल टू JF। ये जी सारी वैल्यू है ये H के इक्विवेलेंट है, तो डेल क्रॉस H की हो गया JF हो गया। ਇਹਦਾ मतलब अगर असी मैगनैटिक फील्ड अप्लाई करते हैं तो जे तुसी उहदे नाल उहदी डेल करते हो, डेल दे नाल क्रॉस प्रोडक्ट करते हो तो तुहानूं फ्री करंट डेंसिटी है जी फ्री करंट डेंसिटी की वैल्यू obtain हो जूगी। दिस इज़ नोन एज डिफरेंशियल फॉर्म ऑफ एम्पीयर्स लॉ इन प्रेजेंस ऑफ
magnetic material. Equation shows that magnetic field originates from free currents only. भी ਜਿਹੜਾ magnetic field है वो कित्थों arise ਹੁੰਦਾ, that is arise only from free currents. देखो इस equation च J भी किते नहीं produce होया, ठीक है। ਤਾਂ ਇਹ ਤੋਂ ਇੱਕ ਰਿਜ਼ਲਟ ਇਹ ਵੀ ਨਿਕਲਦਾ ਹੈ ਕਿ ਮੈਗਨੈਟਿਕ ਫੀਲਡ ਹੈ ਜਿਹੜਾ ਉਹਦਾ ਸੋਰਸ ਫ੍ਰੀ ਕਰੰਟਸ ਨੇ। ਉਸ ਤੋਂ ਬਾਅਦ ਹੈ ਇੰਟੈਗਰਲ ਫਾਰਮ ਆਫ ਐम्पीयर्स ਲਾ ਫॉर ਮੈਗਨੈਟਿਕ ਮਟੀਰੀਅਲਸ। ਆਪਣੀ ਇਕੁਏਸ਼ਨ ਲਓ एम्पीयर्स ਲਾ ਦੀ, del cross H इज इक्वल टू JF डॉट DS ਕਰ ਲਓ, ਇੰਟੀਗ੍ਰੇਸ਼ਨ ਕਰ ਲਓ ਦੋਨੋਂ ਸਾਈਡਸ ਤੇ। ਇੰਟੀਗ੍ਰੇਸ਼ਨ ਕਰਨ ਤੋਂ ਬਾਅਦ ਇਹਦੀ ਵੈਲਿਊ ਸਾਡੇ ਕੋਲ IF ਬਣ ਗਈ, ਕਿਉਂਕਿ J ਡॉट DS ਨੂੰ ਅਸੀਂ I ਵੀ ਲਿਖ ਸਕਦੇ ਹਾਂ, I ਮਤਲਬ ਕਰੰਟ ਲਿਖ ਸਕਦੇ ਹਾਂ। इस साइड ਆਪਾਂ स्टोक्स थ्योरम अप्लाई करते हैं, जो स्टोक्स थ्योरम अप्लाई करते हैं तो del cross H डॉट DS किहदे बराबर आ गया, H डॉट DR। ਇਹਦਾ मतलब ਅਸੀਂ ਇਹਦੀ ਜਗ੍ਹਾ ਤੇ ਕੀ ਪੁੱਟ ਕਰਾਂਗੇ, H डॉट DR। तो H डॉट DR एक्चुअली किहदे इक्वल आ गया, इट इज़ इक्वल टू द फ्री करंट IF। सो ये साडा रिलेशन है, ਇਹਦੀ इंटैग्रल फॉर्म है। नैक्सट है बहुत इंपॉर्टेंट रिलेशन है, रिलेशन बिटवीन मैगनैटिक सुसैप्टेबिलिटी एंड परमेबिलिटी ऑफ द मटीरियल। देखो पिछे आपाने स्टार्टिंग चैप्टर की एक रिलेशन पढ़िया कि मैगनेटाइजेशन प्रोड्यूस इन द सैंपल इज इक्वल टू सुसैप्टेबिलिटी इनटू द अप्लाइड मैगनैटिक फील्ड। भी जो असी मैगनैटिक फील्ड अप्लाई कर रहे हैं वो कोरसपोंडिंग मैगनेटाइजेशन प्रोड्यूस होंगी है, डैट डिपेंड्स अपॉन द सुसैप्टेबिलिटी ऑफ द दैट मटीरियल। सो इत्थे H जिहड़ा है वह एक रिलेशन ये भी है, B अपॉन म्यू नॉट माइनस M। इत्थों B की वैल्यू लिती म्यू नॉट H प्लस M, म्यू नॉट H, M जिहड़ा है M नूं असीं की पुट कर सकते हैं चाई इंटू H। तो म्यू नॉट 1 प्लस चाई, क्लीयर है, H कॉमन ले लिया। B की हो गया म्यू नॉट 1 प्लस चाई इंटू H, क्योंकि म्यू जिहड़ा है वो B अपॉन H के बराबर है, तो B अपॉन H की हो गया म्यू इज इक्वल टू म्यू नॉट 1 प्लस चाई। ठीक है जी, ये रिलेशन है। एक आ रिलेशन है, ये तुसीं ध्यान च रखने ने। ये आंदे बेटा शॉर्ट क्वेश्चनस ने जिहड़े उन्हां दे विच अपने आंदे ने। उस तो बाद गॉश लॉ फॉर मैगनैटिज्म इन प्रेजेंस ऑफ मटीरियल्स, ये तुसीं अपने आप पढ़ लेना। उस तो बाद दो छोटे छोटे होर आर्टिकल्स ने भी शॉर्ट क्वेश्चनस बहुत आंदे ने, इंपॉर्टेंट आर्टिकल्स ने। इस फर्स्ट ने एंटी फेरोमैगनैटिक मटीरियल्स। देखो कुछ मटीरियल्स दियां कैटेगरीज ने, जिस तरह जो कंपाउंड फॉर्मेशन होंगी है तो उन्होंने प्रॉपर्टीज़ ने जिहड़ियां मॉडिफाइड हो जांदियां ने, एक दूजे नाल इंटरैक्ट करते हैं जो उन्होंने पार्टिकल्स। तो एंटी फेरोमैगनैटिक मटीरियल दी जिस तरह एग्जाम्पल्स ने मैगनीज ऑक्साइड है, आयरन ऑक्साइड है, कोबाल्ट ऑक्साइड है, निकल ऑक्साइड है। इन्हां विच की हुंदा है कि इन्हां च जदों पार्टिकल्स दी अलाइनमेंट होंदी है एक दूजे के ओपोजिट होंदी है, तो वो कंप्लीटली मतलब उन्होंने मैगनीट्यूड भी सेम होंदा है। इस करके उन्होंने जिहड़े स्पिन्स ने अल्टरनेट डायरैक्शन च होण करके वो एक दूजे नूं कैंसल कर दिंदियां ने। इस करके इन्हां दा जिहड़ा नैट मैगनैटिक मूवमेंट हुंदा वो जीरो हुंदा है। नैट मैगनैटिक मूवमेंट की हुंदा है, जीरो हुंदा है। इस टाइप के मटीरियल्स नूं एंटी फेरोमैगनैटिक मटीरियल बोलते हैं। तो टैंपरेचर डिपेंडेंट होंगे ने, ऑबवियस है, टैंपरेचर हीट देने दे नाल इन्हां दी जिहड़ियां प्रॉपर्टीज़ ने डिस्ट्रॉय होंदियां ने, घटदियां ने। नैक्सट ने फेरी मैगनैटिक मटीरियल्स और फेराइड्स, ये बहुत आंदा बेटा पेपर च क्वेश्चन, फेराइड्स की होंगे ने। उस तो बाद कुछ होर मैगनैटिक मटीरियल्स ने कहते जिन्हां च एक्सचेंज कपलिंग होंदी है, उन्हां दी डाइपोल मूवमेंट्स इन्हां च भी होंदी है एक्सचेंज कपलिंग जदों कंपाउंड फॉर्मेशन होंदी है। इन्हां फार्मूला की है XOFe2O3। ठीक है जी, एक्स की है ये, एक्स कोई डाईवैलेंट मैटालिक आयन है जिस तरह आयरन, कोबाल्ट, निकल, मैगनीज, मैगनीशियम, जिंक, कैडमियम। मतलब एक्स की जगह तो कोई भी डाईवैलेंट मैटल है जी आ सकती है, तो वो कंपाउंड जोड़ा है बन जाएगा। पर इन्हां दे विच एक चीज़ ये है कि जदों ये इन्हां दी फॉर्मेशन होंदी है या ये मटीरियल जदों एग्जिस्ट करते हैं तो इन्हां दी स्पिन ओपोजिट है पार्टिकल्स की, पर मैगनीट्यूड सेम नहीं है। देखो एरो छोटे बड़े ने, मतलब मैगनीट्यूड है जिहड़ा वो सेम नहीं हैगा। मतलब इट प्रोड्यूस एंटी पैरेलल अलाइनमेंट ऑफ मैगनैटिक मूवमेंट्स, मेक डाइपोल मूवमेंट्स अनइक्वल इन मैगनीट्यूड। ये इन्हां दी मतलब स्पैसीफिकेशन है। तो ज़्यादा डिटेल च नहीं है आर्टिकल आपां भी क्यों है, क्यों इस तरह बिहेवियर शो करते हैं, ये सारा अपने सिलेबस का पार्ट नहीं है। तो फेराइड्स ने जिहड़े इन्हां दी हाई परमेबिलिटी होंदी है, लो कंडक्टिविटी होंदी है। ड्यू टू लो कंडक्टिविटी इन्हां च एडी करंट लॉसिस घट होंदे ने, इस करके हाई फ्रीकुएंसी कोर्स, ट्रांसफार्मर, FM एंटीनास बनाउण दे विच काम आते हैं। सो बेटा इत्थे तुहाडा ये चैप्टर खत्म है। तो मेरे अकॉर्डिंग तुहाडा सिलेबस का इहदे च एक चैप्टर पेंडिंग है, वो चैप्टर
ਮੈਂ ਤੁਹਾਨੂੰ ਬਾਅਦ ਵਿੱਚ ਕਰਵਾਉਂਗੀ, ਪਰ ਪਹਿਲਾਂ ਮੈਂ ਤੁਹਾਨੂੰ ਮਕੈਨਿਕਸ ਸ਼ੁਰੂ ਕਰਵਾਉਣੀ ਹੈ ਹੁਣ, ਠੀਕ ਹੈ ਜੀ। ਇਸ ਕਰਕੇ ਬੇਟਾ ਆ ਚੈਪਟਰ ਆਪਣਾ ਜਲਦੀ ਜਲਦੀ ਕੰਪਲੀਟ ਕਰਕੇ ਤੁਸੀਂ ਟੈਸਟ ਦਿਓ, ਤੇ ਫਿਰ ਤਾਂ ਕਿ ਆਪਾਂ ਮਕੈਨਿਕਸ ਸ਼ੁਰੂ ਕਰ ਸਕੀਏ, ਕਿਉਂਕਿ ਮਕੈਨਿਕਸ ਦਾ ਕੋਈ ਇੱਕ ਅੱਧਾ ਚੈਪਟਰ ਇਸ ਤਰ੍ਹਾਂ ਦਾ ਵੀ ਹੈ ਕਿ ਜਿਹਦੇ ਮੈਂ ਤੁਹਾਨੂੰ ਨੋਟਸ ਪ੍ਰੋਵਾਈਡ ਕਰਨੇ ਨੇ। ਬੁੱਕ ਦੇ ਵਿੱਚ ਤੁਹਾਨੂੰ ਉਹਦੀ ਡਿਫਿਕਲਟੀ ਆਊਗੀ, ਤਾਂ ਬੇਟਾ ਅਗਰ ਤੁਸੀਂ ਰਿਸਪੌਂਡ ਕਰੋਗੇ, ਤੁਸੀਂ ਪ੍ਰੋਪਰਲੀ ਆਪਣਾ ਕੰਮ ਕਰ ਰਹੇ ਹੋ, ਲੈਕਚਰਸ ਵਿਊ ਕਰ ਰਹੇ ਹੋ, ਮੈਨੂੰ ਪਤਾ ਲੱਗ ਜਾਂਦਾ ਹੈ ਕਿ ਲੈਕਚਰਸ ਵਿਊ ਕੀਤੇ ਹੋਏ ਨੇ ਜਾਂ ਨਹੀਂ ਕੀਤੇ ਹੋਏ, ਠੀਕ ਹੈ ਜੀ। ਇਸ ਕਰਕੇ ਪ੍ਰੋਪਰਲੀ ਲੈਕਚਰ ਦੇਖੋ। ਹਾਲਾਂਕਿ ਤੁਹਾਡੇ ਐਗਜ਼ਾਮਸ ਨੇ ਜਿਹੜੇ ਉਹ ਔਨਲਾਈਨ ਹੋਣੇ ਆ ਬੇਟਾ, ਪਰ ਇਹ ਤੁਹਾਡੀ ਸਟੱਡੀਜ਼ ਦਾ ਪਾਰਟ ਹੈ। ਕਿਤੇ ਨਾ ਕਿਤੇ ਅਗਰ ਤੁਸੀਂ ਨਹੀਂ ਪੜ੍ਹੋਗੇ ਤਾਂ ਤੁਹਾਨੂੰ ਅੱਗੇ ਜਾ ਕੇ ਇਹ ਚੀਜ਼ਾਂ ਲੋਸ ਦੇਣਗੀਆਂ, ਕਿਤੇ ਨਾ ਕਿਤੇ ਤੁਹਾਡੀ ਨੌਲੇਜ, ਤੁਹਾਡੀ ਇਨਫੋਰਮੇਸ਼ਨ ਦੇ ਵਿੱਚ ਕਮੀ ਆਊਗੀ। ਇਸ ਕਰਕੇ ਜੋ ਤੁਹਾਡਾ ਸਿਲੇਬਸ ਹੈ ਉਹਨੂੰ ਗੋ ਥਰੂ ਜ਼ਰੂਰ ਕਰੋ, ਇੱਕ ਵਾਰੀ ਸਾਰਾ ਆਪਣਾ ਸਿਲੇਬਸ ਪੜ੍ਹੋ, ਠੀਕ ਹੈ ਜੀ। ਥੈਂਕਸ ਅ ਲੋਟ।